ਹਾਂਜੀ ਪਿਆਰੇ ਵਿਦਿਆਰਥੀਓ, ਉਮੀਦ ਕਰਦੇ ਹਾਂ 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਤਿਆਰੀ ਬਹੁਤ ਹੀ ਵਧੀਆ ਚੱਲ ਰਹੀ ਹੈ। ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਅੱਗੇ ਸਿੰਪਲੀਫਾਈਡ ਮਟੀਰੀਅਲ ਵਿੱਚੋਂ ਇੱਕ ਤੇ ਦੋ ਅੰਕਾਂ ਵਾਲੇ ਪ੍ਰਸ਼ਨ ਉੱਤਰ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਪ੍ਰਸ਼ਨ ਉੱਤਰ ਸਮਝਣ ਤੋਂ ਪਹਿਲਾਂ ਬੇਟਾ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕਰਨ ਲੱਗੇ ਹਾਂ ਜੀ ਪਹਿਲਾ ਕੁਐਸਚਨ। ਇਸ ਤੋਂ ਤੁਸੀਂ ਦੋ ਅੰਕਾਂ ਵਾਲੇ ਕੁਐਸਚਨ ਕਿਵੇਂ ਤਿਆਰ ਕਰਨੇ ਹਨ, ਨਾਲ ਤੁਹਾਨੂੰ ਉਹ ਵੀ ਜਾਣਕਾਰੀ ਦੇਵਾਂਗੇ। ਪਹਿਲਾ ਪ੍ਰਸ਼ਨ, ਸਾਧਨਾ ਤੋਂ ਤੁਹਾਡਾ ਕੀ ਭਾਵ ਹੈ? ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਖਵਾਉਂਦੇ ਹਨ। ਹਾਂਜੀ, ਕੁਦਰਤ ਜਾਂ ਮਨੁੱਖ ਦੁਆਰਾ ਜਿਹੜੇ ਅਰਥਵਾਨ ਪਦਾਰਥ ਬਣਾਏ ਹੁੰਦੇ ਨੇ, ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸਾਧਨ। ਹੁਣ ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਕੁਦਰਤੀ ਸਾਧਨ ਕੁਦਰਤ ਦੁਆਰਾ ਬਣਾਏ ਗਏ, ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ, ਜਿਵੇਂ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ ਅਤੇ ਸਮੁੰਦਰ ਆਦਿ। ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ। ਸਾਧਨਾਂ ਦੀਆਂ ਕਿੰਨੀਆਂ ਕਿਸਮਾਂ ਨੇ? ਹਾਂਜੀ ਧਿਆਨ ਦਿਓ। ਜੀਵ ਅਤੇ ਨਿਰਜੀਵ ਸਾਧਨ, ਵਿਕਸਿਤ ਅਤੇ ਸੰਭਾਵਿਤ ਸਾਧਨ, ਮੁੱਕਣਯੋਗ ਤੇ ਨਾ ਮੁੱਕਣਯੋਗ ਸਾਧਨ, ਮਿੱਟੀ ਅਤੇ ਭੂਮੀ ਸਾਧਨ, ਸਮੁੰਦਰੀ ਅਤੇ ਖਣਿਜ ਸਾਧਨ, ਮਨੁੱਖੀ ਸਾਧਨ। ਮਿੱਟੀ ਦੀ ਪਰਿਭਾਸ਼ਾ ਦਿਓ। ਹਾਂਜੀ, ਮਿੱਟੀ ਕੀ ਹੈ? ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ, ਜਿਹੜੀ ਮੂਲ ਚਟਾਨਾਂ ਦੇ ਟੁੱਟਣ ਭੱਜਣ, ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ। ਉਹਨੂੰ ਅਸੀਂ ਮਿੱਟੀ ਕਹਿੰਦੇ ਹਾਂ, ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ। ਸਮੁੰਦਰ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਬਹੁਤ ਸੌਖਾ ਪ੍ਰਸ਼ਨ ਹੈ ਬੇਟਾ। ਸਮੁੰਦਰ ਤੋਂ ਸਾਨੂੰ ਮੱਛੀਆਂ, ਮੋਤੀ, ਘੋਗੇ, ਸੀਪੀਆਂ, ਹੀਰੇ ਜਵਾਹਰਾਤ ਆਦਿ ਪ੍ਰਾਪਤ ਹੁੰਦੇ ਨੇ। ਕਈ ਥਾਵਾਂ 'ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ। ਖਣਿਜ ਪਦਾਰਥਾਂ ਦੀ ਪਰਿਭਾਸ਼ਾ ਦਿਓ। ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਅਤੇ ਧਰਤੀ ਵਿੱਚੋਂ ਨਿਕਲਦੇ ਹਨ। ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ? ਹਾਂਜੀ, ਇਹ ਨਕਸ਼ੇ ਵਿੱਚ ਵੀ ਆ ਸਕਦਾ ਬੇਟਾ ਤੁਹਾਨੂੰ। ਜੇ ਤੁਹਾਨੂੰ ਨਕਸ਼ੇ ਵਿੱਚ ਆਉਂਦਾ ਕੱਚਾ ਲੋਹਾ ਦਾ ਕੋਈ ਇੱਕ ਸਥਾਨ ਦਰਸਾਓ, ਤਾਂ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸਥਾਨ ਦਰਸਾ ਸਕਦੇ ਹੋ, ਤੁਹਾਨੂੰ ਅੰਕ ਦਿੱਤਾ ਜਾਵੇਗਾ। ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਤਾਮਿਲਨਾਡੂ, ਇੱਥੇ ਸਾਰੇ ਰਾਜਾਂ ਦੇ ਵਿੱਚ ਕੱਚਾ ਲੋਹਾ ਮਿਲਦਾ ਹੈ। ਤਾਂਬੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ? ਤਾਂਬੇ ਦੀ ਵਰਤੋਂ ਭਾਂਡੇ, ਸਿੱਕੇ, ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਂ ਲਿਖੋ। ਹਾਂਜੀ, ਇੱਕ ਤਾਂ ਕੋਲਾਰ, ਮੋਸਟ ਇੰਪੋਰਟੈਂਟ, ਇਹ ਵੀ ਨਕਸ਼ੇ ਵਿੱਚ ਬੇਟਾ ਤੁਹਾਨੂੰ ਆ ਸਕਦਾ ਹੈ। ਹੱਟੀ, ਕੋਲਾਰ ਅਤੇ ਹੱਟੀ ਕਰਨਾਟਕ 'ਚ ਨੇ, ਰਾਮਗਿਰੀ ਆਂਧਰਾ ਪ੍ਰਦੇਸ਼ ਵਿੱਚ ਹੈ। ਕੋਲੇ ਦੀਆਂ 4 ਕਿਸਮਾਂ ਦੇ ਨਾਂ ਲਿਖੋ। ਐਥਰੇਸਾਈਟ, ਬਿਟੂਮਿਨਸ, ਲਿਗਨਾਈਟ, ਪੀਟ। ਸਭ ਤੋਂ ਵਧੀਆ ਕਿਸਮ ਕਿਹੜੀ ਹੈ? ਇਹ ਵੀ ਪੁੱਛਿਆ ਜਾ ਸਕਦਾ ਹੈ। ਐਥਰੇਸਾਈਟ ਸਭ ਤੋਂ ਵਧੀਆ ਕਿਸਮ ਹੈ ਅਤੇ ਪੀਟ ਸਭ ਤੋਂ ਘਟੀਆ ਕਿਸਮ ਹੈ। ਬਹੁ ਉਦੇਸ਼ੀ ਪ੍ਰੋਜੈਕਟ ਕੀ ਹੁੰਦੇ ਹਨ? ਡੈਮ ਜਾਂ ਪ੍ਰੋਜੈਕਟ ਜੋ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ, ਉਹਨਾਂ ਨੂੰ ਬਹੁ ਉਦੇਸ਼ੀ ਪ੍ਰੋਜੈਕਟ ਕਿਹਾ ਜਾਂਦਾ ਹੈ। ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮਕਾਰ ਸੰਬੰਧੀ ਖੋਲ੍ਹੇ ਗਏ ਖਾਤੇ ਕੀ ਅਖਵਾਉਂਦੇ ਹਨ? ਚਲੰਤ ਖਾਤਾ। ਬੈਂਕਾਂ ਵਿੱਚ ਸਭ ਤੋਂ ਵੱਧ ਲੋਕਪ੍ਰਿਆ ਖਾਤੇ ਕਿਹੜੀ ਕਿਸਮ ਦੇ ਖੋਲ੍ਹੇ ਗਏ ਹਨ? ਬਚਤ ਖਾਤੇ। ਚਲੰਤ ਖਾਤੇ ਨਾਲੋਂ ਬਚਤ ਖਾਤਾ ਕਿਹੜੇ ਪੱਖੋਂ ਵੱਧ ਲਾਹੇਵੰਦ ਹੁੰਦਾ ਹੈ? ਚਲੰਤ ਖਾਤੇ ਵਿੱਚ ਜਮ੍ਹਾਂ ਰਾਸ਼ੀ ਉੱਤੇ ਬੈਂਕ ਵਿੱਚ ਵਿਆਜ ਨਹੀਂ ਦਿੰਦਾ, ਪਰ ਬਚਤ ਖਾਤੇ ਵਿੱਚ ਬੈਂਕ ਵਿਆਜ ਅਦਾ ਕਰਦਾ ਹੈ। RTGS ਰਾਹੀਂ ਘੱਟੋ ਘੱਟ ਕਿੰਨੀ ਰਕਮ ਅਦਾ ਕੀਤੀ ਜਾਂਦੀ ਹੈ? ਘੱਟੋ ਘੱਟ 2 ਲੱਖ। NEFT ਰਾਹੀਂ ਲੈਣ ਦੇਣ ਕਰਨ ਸਮੇਂ ਰਕਮ ਦੀ ਘੱਟੋ ਘੱਟ ਜਾਂ ਵੱਧ ਤੋਂ ਵੱਧ ਸੀਮਾ ਕੀ ਹੈ? NEFT ਰਾਹੀਂ ਲੈਣ ਦੇਣ ਕਰਨ ਸਮੇਂ ਰਕਮ ਦੀ ਕੋਈ ਘੱਟੋ ਘੱਟ ਜਾਂ ਵੱਧ ਤੋਂ ਵੱਧ ਸੀਮਾ ਨਹੀਂ ਹੁੰਦੀ। ਇੰਟਰਨੈੱਟ ਬੈਂਕਿੰਗ ਦੇ ਹੋਰ ਨਾਮ? ਹਾਂਜੀ, ਈ-ਬੈਂਕਿੰਗ, ਵੈਬ ਬੈਂਕਿੰਗ, ਵਰਚੁਅਲ ਬੈਂਕਿੰਗ ਆਦਿ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਫ਼ਤ ਕਿਸ ਨੂੰ ਕਿਹਾ ਜਾਂਦਾ ਹੈ?
ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਆਫਤ ਕਿਹਾ ਜਾਂਦਾ ਹੈ। ਹਾਂਜੀ, ਦੁਬਾਰਾ ਸੁਣੋ, ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਆਫਤਾਂ ਕਿਹਾ ਜਾਂਦਾ ਹੈ। ਕੁਦਰਤੀ ਆਫਤਾਂ ਮੁੱਖ ਤੌਰ 'ਤੇ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ? ਭੂਚਾਲ, ਜਵਾਲਾਮੁਖੀ ਕਿਰਿਆ, ਸੁਨਾਮੀ, ਹੜ੍ਹ, ਚੱਕਰਵਾਤ, ਭੂਮੀ ਦਾ ਖਿਸਕਣਾ, ਬਰਫ਼ ਤੇ ਤੋਂਦਿਆਂ ਦਾ ਖਿਸਕਣਾ, ਸੋਕਾ। ਇਹ ਸਾਰੀਆਂ ਸਾਡੀਆਂ ਕੁਦਰਤੀ ਆਫਤਾਂ ਨੇ। ਭੂਚਾਲ ਤੋਂ ਕੀ ਭਾਵ ਹੈ? ਮੋਸਟ ਇੰਪੋਰਟੈਂਟ ਕੁਐਸਚਨ। ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਂ ਦਿੰਦੇ ਹਾਂ। ਸੁਨਾਮੀ ਕਿਵੇਂ ਪੈਦਾ ਹੁੰਦੀ ਹੈ? ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਕਿ ਸਮੁੰਦਰ ਦੇ ਤਲ 'ਤੇ ਭੂਚਾਲ, ਜਵਾਲਾਮੁਖੀ ਅਤੇ ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। ਕਬਾਇਲੀ ਸਮਾਜ ਦੇ ਲੋਕ ਵੱਧ ਗਿਣਤੀ ਵਿੱਚ ਕਿਹੜੇ ਰਾਜਾਂ ਵਿੱਚ ਰਹਿੰਦੇ ਹਨ? ਹਾਂਜੀ, ਕਬਾਇਲੀ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼। ਕਬਾਇਲੀ ਸਮਾਜ ਦੇ ਲੋਕਾਂ ਦੇ ਮੁੱਖ ਧੰਦੇ ਕਿਹੜੇ ਨੇ? ਠੀਕ ਹੈ, ਭੇਡਾਂ, ਬੱਕਰੀਆਂ ਅਤੇ ਪਾਲਤੂ ਪਸ਼ੂ ਪਾਲਣਾ, ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ, ਮੱਛੀਆਂ ਫੜਨਾ ਅਤੇ ਬਲਦਾਂ ਰਾਹੀਂ ਹਲ ਵਾਹੁਣਾ ਆਦਿ। ਕਬਾਇਲੀ ਸਮਾਜ ਦੇ ਲੋਕਾਂ ਨੇ ਕਿਹੜੇ-ਕਿਹੜੇ ਰਾਜਾਂ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸੀ? ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ, ਬਿਹਾਰ ਵਿੱਚ ਮੁੰਡਾ ਲੋਕਾਂ ਨੇ, ਉੜੀਸਾ ਵਿੱਚ ਗੋਂਡ ਲੋਕਾਂ ਨੇ ਅਤੇ ਮੇਘਾਲਿਆ ਵਿੱਚ ਖਾਸੀ ਲੋਕਾਂ ਨੇ ਅਤੇ ਬੰਗਾਲ ਵਿਹਾਰ ਵਿੱਚ ਸੰਥਾਲ ਲੋਕਾਂ ਨੇ ਜਿਹੜਾ ਹੈਗਾ ਸੀਗਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸੀ। ਠੀਕ ਹੈ ਜੀ। ਇਹ ਕਬੀਲੇ ਵੀ ਪੁੱਛੇ ਜਾ ਸਕਦੇ ਨੇ। ਮੱਧ ਪ੍ਰਦੇਸ਼ 'ਚ ਕਿਹੜੇ ਕਬੀਲੇ ਦੇ ਲੋਕ ਰਹਿੰਦੇ ਨੇ? ਭੀਲ ਦੇ, ਬਿਹਾਰ 'ਚ ਮੁੰਡਾ, ਉੜੀਸਾ 'ਚ ਗੌਡ, ਮੇਘਾਲਿਆ 'ਚ ਖਾਸੀ, ਬੰਗਾਲ ਵਿਹਾਰ 'ਚ ਸੰਥਾਲ। ਖਾਸੀ ਕਬੀਲੇ ਦਾ ਮੋਢੀ ਕੌਣ ਸੀ? ਮੋਸਟ ਇੰਪੋਰਟੈਂਟ ਕੁਐਸਚਨ। ਤੀਰਥ ਸਿੰਘ। ਹਾਂਜੀ, ਖਾਸੀ ਕਬੀਲੇ ਦਾ ਮੋਢੀ ਕੌਣ ਸੀ? ਤੀਰਥ ਸਿੰਘ। ਛੋਟੇ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਅਤੇ ਕਦੋਂ ਵਿਦਰੋਹ ਕੀਤਾ? ਕੌਲ ਕਬੀਲੇ ਨੇ 1820 ਈਸਵੀ ਵਿੱਚ। ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦੇ 2 ਕਾਰਨ ਲਿਖੋ। ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ। ਹਾਂਜੀ, ਲਘੂ ਉਦਯੋਗ, ਛੋਟੇ ਉਦਯੋਗ ਭਾਰਤ 'ਚ ਕਿਉਂ ਬੰਦ ਹੋ ਗਏ ਜਾਂ ਉਹਨਾਂ ਦਾ ਪਤਨ ਕਿਉਂ ਹੋ ਗਿਆ? 2 ਕਾਰਨ ਸੀ। ਇੱਕ ਤਾਂ ਉਹਨਾਂ ਦਾ ਮੁੱਲ ਸੀ ਜਿਹੜੇ ਤਿਆਰ ਹੋਈਆਂ ਵਸਤਾਂ ਦਾ ਬਹੁਤ ਜ਼ਿਆਦਾ ਸੀ, ਅਤੇ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। ਠੀਕ ਹੈ ਜੀ, ਕੱਚਾ ਮਾਲ ਸੀ ਜਿਹੜਾ ਉਹ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਜਿਹੜੇ ਛੋਟੇ ਉਦਯੋਗ ਸੀ ਉਹਨਾਂ ਦਾ ਭਾਰਤ 'ਚ ਪਤਨ ਹੋ ਗਿਆ ਸੀਗਾ। ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੀ ਕੀਮਤ ਕਿਉਂ ਵੱਧ ਗਈ ਸੀ? ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਹਾਂਜੀ, ਕਿਉਂ ਵੱਧ ਕੀਮਤ ਹੁੰਦੀ ਸੀਗੀ? ਉਹਨਾਂ ਦੀ ਵੀ ਮਜਬੂਰੀ ਸੀ ਕਿਉਂਕਿ ਉਹਨਾਂ ਨੂੰ ਵੱਧ ਮਿਹਨਤ ਕਰਨੀ ਪੈਂਦੀ ਸੀ, ਇਸ ਲਈ ਜਿਹੜੀ ਕੀਮਤ ਸੀ ਉਹ ਵੱਧ ਹੁੰਦੀ ਸੀ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ? ਮੋਸਟ ਇੰਪੋਰਟੈਂਟ ਕੁਐਸਚਨ। 1853 ਈਸਵੀ ਵਿੱਚ ਮੁੰਬਈ ਵਿਖੇ ਲਗਾਇਆ ਗਿਆ। ਭਾਰਤ ਵਿੱਚ ਪਹਿਲਾ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ? 1854 ਈਸਵੀ ਵਿੱਚ ਸਹਿਰਨਪੁਰ, ਬੰਗਾਲ ਵਿੱਚ ਲਗਾਇਆ ਗਿਆ। ਹਾਂਜੀ, ਨਾਲ ਨਕਸ਼ੇ ਵੀ ਧਿਆਨ ਦਿਓ ਬੇਟਾ। ਜੇ ਮੰਨ ਲਓ ਤੁਹਾਨੂੰ ਪੁੱਛ ਲੈਂਦੇ ਨੇ ਸੂਤੀ ਕੱਪੜੇ ਦਾ ਕੋਈ ਇੱਕ ਖੇਤਰ ਭਰੋ ਤਾਂ ਅਸੀਂ ਮੁੰਬਈ ਭਰ ਸਕਦੇ ਹਾਂ। ਪਟਸਨ ਦਾ ਕੋਈ ਇੱਕ ਸਥਾਨ ਦਰਸਾਓ ਤਾਂ ਬੰਗਾਲ। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? 1840 ਈਸਵੀ ਵਿੱਚ ਦੱਖਣੀ ਭਾਰਤ ਵਿੱਚ। ਚਾਹ ਦਾ ਪਹਿਲਾ ਬਾਗ ਹਾਂਜੀ 52 ਈਸਵੀ ਵਿੱਚ ਅਸਾਮ ਵਿੱਚ ਲਗਾਇਆ ਗਿਆ ਸੀ। ਕੌਫੀ ਦਾ 1840 'ਚ ਦੱਖਣੀ ਭਾਰਤ 'ਚ ਲਗਾਇਆ ਗਿਆ ਸੀ। ਠੀਕ ਹੈ, ਇਹ ਆ ਤੁਸੀਂ ਧਿਆਨ ਰੱਖਣਾ ਬੇਟਾ। ਨੈਕਸਟ ਹੈ ਜੀ ਬਸਤੀਵਾਦ ਤੋਂ